ਹਾਲੇਲੂਇਆ। ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ। ਨੰਬਰ 2 ਇਹਨਾਂ ਹੀ ਬਚਨਾਂ ਦੁਆਰਾ ਜਿਹੜਾ ਆਪਾਂ ਅੱਜ ਉਤਪੰਨ ਚੈਪਟਰ 12 ਦੀ 1 2 3 ਤੱਕ ਗੱਲ ਕਰਾਂਗੇ। ਇਸ ਬਚਨ ਦੀ ਗੱਲ ਕਰਾਂਗੇ ਤੇ ਆਪਾਂ ਇਹਨਾਂ ਬਚਨਾਂ ਨੂੰ ਅੱਜ ਇਸ ਬਚਨ ਨੂੰ ਦੀ ਰੋਟੀ ਨੂੰ ਚਿੱਥ ਕੇ ਖਾਵਾਂਗੇ ਸਾਰੇ। ਹੱਥ ਜੋੜ ਕੇ ਬੇਨਤੀ ਆ, ਇਹ ਪ੍ਰਸ਼ਾਦੇ ਕਦੀ ਮਿਲਣੇ ਨਹੀਂ ਮੁੜ ਕੇ। ਇਹ ਲਾਹਾ ਹੀ ਉਹ ਹੁਣ ਸਵਾਸ ਆ ਸਾਡੇ ਵਿੱਚ ਤੇ ਲੈ ਲਓ, ਸਾਹ ਆ ਸਾਡੇ ਵਿੱਚ ਤੇ ਲੈ ਲਓ, ਕੰਨ ਸੁਣਦੇ ਆ ਤੇ ਲੈ ਲਓ, ਅੱਖਾਂ ਦੇਖ ਸਕਦੀਆਂ ਤੇ ਗ੍ਰਹਿਣ ਕਰ ਲਓ, ਬੋਲ ਸਕਦੇ ਆ ਤੇ ਬੋਲੋ। ਪਰਮੇਸ਼ਰ ਕਹਿੰਦਾ ਸੰਗ ਅੱਡ ਕੇ ਪੁਕਾਰ, ਤੁਰੀ ਵਾਂਗੂ ਆਪਣੀ ਆਵਾਜ਼ ਉੱਚੀ ਕਰ, ਸਰਫਾ ਨਾ ਕਰ। ਪ੍ਰਸ਼ਾਦਾ ਵਰਤਾ, ਸਰਫਾ ਨਾ ਕਰੀ। ਪਰਮੇਸ਼ਰ ਨੇ ਖੁੱਲੇ ਗੱਫੇ ਦਿੱਤੇ ਆ। ਮੈਂ ਵੰਡੀ ਜਾਵਾਂ ਬਚਨ ਤੇਰਾ, ਮੈਨੂੰ ਇਸੇ ਹੀ ਕੰਮ ਤੇ ਲਾ ਦੇ। ਉਹ ਮੈਂ ਵੰਡੀ ਜਾਵਾਂ ਬਚਨ ਤੇਰਾ, ਮੈਨੂੰ ਇਸੇ ਕੰਮ ਤੇ ਲਾ ਦੇ। ਮੈਂ ਵੰਡੀ ਜਾਵਾਂ ਬਚਨ ਤੇਰਾ, ਮੈਨੂੰ ਇਸੇ ਕੰਮ ਤੇ ਲਾ ਦੇ। ਬੜਾ ਕੰਮ ਪਿਆਰਾ ਲੱਗਦਾ ਇਹ ਜਦੋਂ ਅੰਦਰ ਕੰਮ ਦੇਣ ਵਾਲੇ ਨਾਲ ਪਿਆਰ ਹੋ ਜਾਏ, ਜਿਹੜਾ ਸਾਨੂੰ ਭਰ ਖਜ਼ਾਨੇ ਦਿੰਦਾ ਆ, ਉਹਦੇ ਨਾਲ ਮੰਗ ਉਹਦੀ ਹੋ ਜਾਏ। ਫਿਰ ਉਹ ਕਹਿੰਦਾ ਬੱਚਾ ਜਿੰਨਾ ਮਰਜ਼ੀ ਲੈ ਫੜ ਵੰਡ। ਤੇ ਜੇ ਇਸ ਵੰਡਣ ਦੇ ਪਿੱਛੇ ਕੋਈ ਮਤਲਬ ਹੋਰ ਹੋਵੇ, ਮੈਂ ਵੱਡਾ, ਮੇਰੇ ਵਰਗਾ ਕੋਈ ਹੋਰ ਬੱਚਾ ਨਹੀਂ ਵੰਡ ਸਕਦਾ, ਜਾਂ ਫਿਰ ਲਿਫਾਫਾ ਕਿੱਥੋਂ ਵੱਡਾ ਮਿਲਣਾ ਆ, ਜਾਂ ਮੇਰਾ ਨਾਂ ਕਿੱਡਾ ਵੱਡਾ ਉੱਚਾ ਹੋਣਾ ਆ, ਫਿਰ ਪਰਮੇਸ਼ਰ ਤੈਨੂੰ ਖਜ਼ਾਨਾ ਖੋਲ ਕੇ ਨਹੀਂ ਦੇ ਸਕਦਾ। ਤੇ ਤਾਂ ਐਵੇਂ ਚੁਣ ਮੁਣ ਕਰਨ ਵਾਈਆਂ ਵੀ ਤੂੰ ਪੜ੍ਹ ਲਿਆ, ਜੋ ਪੜ੍ਹਿਆ ਸੋ ਬਿਆਨ ਕਰ ਦਿੱਤਾ, ਜੋ ਪੜ੍ਹਿਆ ਸੋ ਬਿਆਨ ਕਰ ਦਿੱਤਾ। ਅੰਦਰ ਦੀ ਡੂੰਘਾਈ ਪਰਮੇਸ਼ਰ ਨਹੀਂ ਖੋਲੂਗਾ, ਉਹ ਖੋਲੂਗਾ। ਕਹਿੰਦਾ ਮੈਂ ਨਿਮਰ ਹਿਰਦਿਆਂ ਉੱਤੇ ਖੋਲਦਾ ਹਾਂ। ਸਾਡੇ ਸਰੋਤਿਆਂ ਦੇ ਤੇ ਵਕਤੇ ਦਾ, ਇਸ ਬੁਲਾਰੇ ਦਾ ਨਰਮ ਹਿਰਦੇ ਹੋ ਜਾਣ, ਹਲੀਮੀ ਨਾਲ ਭਰ ਜਾਣ, ਅਕਲ ਤੇ ਮੱਤ ਤੇ ਬੁੱਧੀ ਨਾਲ ਭਰ ਜਾਣ। ਪਰਮੇਸ਼ਰ ਸਾਡੇ ਤੇ ਦਇਆ ਕਰੇ, ਸਾਡੇ ਤੇ ਕਿਰਪਾ ਕਰੇ। ਇਸ ਬਚਨ ਦੁਆਰਾ ਅਸੀਂ ਜਦੋਂ ਇਸ ਬਚਨ ਨੂੰ ਸਾਂਝਾ ਕਰੀਏ ਸਾਰੇ ਜਣੇ ਆਪਾਂ ਰਲ ਕੇ, ਜੇ ਇਸ ਬਚਨ ਦੇ ਵਿੱਚ ਕੋਈ ਗਲਤੀ ਹੋਵੇ ਜ਼ਰੂਰ ਵਾਪਸ ਕਮਿਟ ਕਰ ਦਿਓ ਵੀ ਇਹਨੂੰ ਸੁਧਾਰੋ। ਆਪਾਂ ਰਲ ਮਿਲ ਕੇ ਅੱਗੇ ਉੱਠਣਾ ਆ। ਜੇ ਨਹੀਂ ਕੋਈ ਉੱਠ ਸਕਦਾ, ਉਹਦੀ ਬਾਂਹ ਫੜ ਕੇ ਉਹਨੂੰ ਉਠਾ ਲੈਣਾ ਆ, ਤੇ ਕਿਉਂ ਕਿ ਬਚਨ ਏਡਾ ਅਗਾਧ ਆ, ਏਡਾ ਅਬੋਧ ਆ। ਬਚਨ ਦਾ ਗਿਆਨ ਇੰਨਾ ਡੂੰਘਾ ਆ ਕਿ ਜਿਹੜਾ ਪ੍ਰਗਟ ਹੋ ਹੀ ਨਹੀਂ ਸਕਦਾ। ਜਿਹਦੇ ਬਚਨ ਆ ਉਹੀ ਜਾਣੇ ਉਸ ਗਿਆਨ ਨੂੰ। ਇੰਨਾ ਉੱਚਾ ਆ, ਇੰਨਾ ਸੁੱਚਾ ਆ, ਇੰਨਾ ਅਦਭੁਤ ਆ, ਇੰਨੀ ਬੁਲੰਦੀ ਆ, ਇੰਨਾ ਸੁੰਦਰ ਆ, ਇੰਨਾ ਸੋਹਣਾ ਆ, ਇੰਨਾ ਮਨਮੋਹਣਾ ਆ, ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਆਓ ਆਪਾਂ ਇਸ ਬਚਨ ਨੂੰ ਪੜ੍ਹ ਕੇ ਫਿਰ ਅੱਗੇ ਚੱਲੀਏ। ਬਚਨ ਕਹਿੰਦਾ ਆ ਚੈਪਟਰ 12, ਇਹਨੂੰ ਜ਼ੁਬਾਨੀ ਕੰਠ ਕਰਨਾ ਆ। ਇਹ ਕਿੰਨਾ ਕੁ ਜ਼ੋਰ ਲੱਗਦਾ ਸਾਡਾ ਜਾਂ ਸੋਚਣੀ। ਇੰਨੀਆਂ ਗਾਲਾਂ ਚਪੱਟੀਆਂ ਚੁਗਲੀਆਂ ਸਾਡੇ ਅੰਦਰ ਕੰਠ ਹੋ ਜਾਂਦੀਆਂ ਆ, ਮਿੰਟ ਨਹੀਂ ਲੱਗਦਾ। ਕਿਸੇ ਦੀ ਗੱਲ ਸੁਣ ਕੇ ਭੁੱਲਦੇ ਹੀ ਨਹੀਂ। ਜੇ ਕੋਈ ਗੱਲ ਗਾਲ ਕੱਢ ਜਾਵੇ ਤਾਂ ਸਾਰੀ ਉਮਰ ਨਹੀਂ ਭੁੱਲਦੇ, ਤੇ ਬਚਨ ਚੇਤੇ ਕਿਉਂ ਨਹੀਂ ਰਹਿੰਦਾ? ਸਲੇਟ ਹਿਰਦੇ ਦੀ ਸਾਫ਼ ਨੇ, ਸੱਚਾਈ ਮੰਨਣੀ ਪਊ, ਜੋ ਮਰਜ਼ੀ ਹੋ ਜਾਏ। ਇਹ ਸਾਫ਼ ਆ ਨਾ,
ਤੇ ਬਚਨ ਇੱਥੇ ਜਮ੍ਹਾਂ ਹੋਊਗਾ ਤੇ ਦੁਨੀਆ ਦੀਆਂ ਗੱਲਾਂ ਜਿਹੜੀਆਂ ਉਹ ਭੁੱਲ ਜਾਣਗੀਆਂ, ਉਹ ਚੇਤੇ ਨਹੀਂ ਰਹਿਣਗੀਆਂ ਕਿਸੇ ਨੇ ਮੈਨੂੰ ਕੀ ਕਿਹਾ ਸੀ ਤੇ ਕੀ ਨਹੀਂ ਕਿਹਾ ਸੀ। ਪਰ ਜੇ ਅਸੀਂ ਦੁਨੀਆ 'ਚ ਜੀਨੇ, ਸਾਨੂੰ ਦੁਨੀਆ ਦੀਆਂ ਗੱਲਾਂ ਚੇਤੇ ਰਹਿਣਗੀਆਂ, ਸਾਨੂੰ ਬਚਨ ਚੇਤੇ ਨਹੀਂ ਰਹੂਗਾ। ਇਹ ਪੱਕੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਇਹ ਆ। ਹੁਣ ਆਪਾਂ ਸਾਰੇ ਸਮਾਜ ਵਿੱਚ ਬੋਲਣ ਲੱਗੇ ਆ, ਆਪਾਂ ਜ਼ਰੂਰ ਐਨ ਦੇਖ ਕੇ ਪੜ੍ਹਨਾ ਆ, ਪਰ ਜਦੋਂ ਅਸੀਂ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਨੀ ਆ ਤੇ ਇਸ ਵੇਲੇ ਆਪਾਂ ਅੱਖਾਂ ਬੰਦ ਕਰਕੇ ਵੀ ਪ੍ਰਾਰਥਨਾ ਕਰ ਸਕਦੇ ਇਸੇ ਬਚਨ ਦੁਆਰਾ। ਪਰ ਇਹ ਯਾਦ ਕਰਨਾ, ਜਦੋਂ ਯਾਦ ਕੀਤਾ ਹੋਊਗਾ, ਜਦੋਂ ਪ੍ਰਾਰਥਨਾ 'ਚ ਬੈਠੋਗੇ ਨਾ ਤੇ ਫਿਰ ਪਰਲ ਨਾਲ ਹੰਝੂ ਜਾਣਗੇ ਉਦੋਂ, ਜਦੋਂ ਇੱਧਰ ਨਿਗਾਹ ਨਾ ਹੋਈ ਪੜ੍ਹਨ ਵੱਲ, ਉਧਰ ਨਿਗਾਹ ਹੋਈ ਤੇ ਅੱਖਾਂ ਹੋਈਆਂ ਬੰਦ, ਉਦੋਂ ਰੂਪ ਚੜੂਗਾ ਤੁਹਾਨੂੰ ਅੰਦਰੋਂ। ਫੇ ਅੰਦਰ ਸੋਮੇ ਫੁੱਟਣਗੇ, ਹੋਰ ਕਰੁੰਬਲਾਂ ਨਿਕਲਣਗੀਆਂ, ਬਹਾਰ ਆਊਗੀ ਅੰਦਰ, ਫੁੱਲ ਖਿੜਨਗੇ, ਫਰੂਟ ਲੱਗੂਗਾ, ਪੱਕੂਗਾ, ਫਿਰ ਦੂਜਿਆਂ ਨੂੰ ਵੰਡੋਗੇ। ਹਵਾ ਆਊਗੀ, ਫਰੂਟ ਡਿੱਗੂਗਾ, ਰਾਹੀ ਚੁਗ ਕੇ ਉਸ ਫਰੂਟ ਨੂੰ ਧੋ ਕੇ ਖਾ ਲੈਣਗੇ। ਆ ਤੇਰਾ ਕੰਮ ਆ। ਅੰਦਰ ਹੋਰ ਕੋਈ ਮੰਗ ਨਹੀਂ ਹੋਣੀ ਚਾਹੀਦੀ। ਦਰਖਤ ਦੇ ਅੰਦਰ ਕੋਈ ਦਰਵੇਸਾਂ ਨੂੰ ਲੋੜੀਏ, ਗੁਰਬਾਣੀ 'ਚ ਲਿਖਿਆ, ਕਿਉਂਕਿ ਮੈਂ ਗੁਰਬਾਣੀ ਵਿੱਚੋਂ ਬੱਚਾ ਆਇਆ ਆ ਤੇ ਮੈਨੂੰ ਉਹਦੇ ਗੱਲ ਇੱਕ ਵੀ ਗੁਰੂਆਂ ਦੀ ਕਹੀ ਭੁੱਲਦੀ ਨਹੀਂ। ਤੇ ਜਿਹੜੀ ਗੱਲ ਸਾਨੂੰ ਰੱਬ ਨਾਲ ਜੋੜੇ ਉਹ ਗੱਲ ਪਵਿੱਤਰ ਹੁੰਦੀ ਆ। ਕੋਈ ਵੀ ਗੱਲ ਕੰਧ 'ਤੇ ਲਿਖੀ ਵੀ ਲੈ ਲਓ, ਕਿਸੇ ਸਿਆਣੇ ਦੇ ਬੋਲਾਂ ਨੂੰ ਲੈ ਲਓ, ਜਿਹੜੇ ਰੱਬ ਨਾਲ ਜੋੜਨ ਉਹਨਾਂ ਨੂੰ ਸੁਣੋ, ਉਹਨਾਂ ਤੋਂ ਨਫ਼ਰਤ ਨਾ ਕਰੋ। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਜਿਹੜੇ ਪਰਮੇਸ਼ਰ ਦੇ ਦਾਸ ਆ ਨਾ, ਉਹਨਾਂ ਦੇ ਕੋਲ ਜਿਗਰੇ ਰੁੱਖਾਂ ਵਰਗੇ ਚਾਹੀਦੇ ਆ। ਫਲ ਪੱਕੇ, ਹਨੇਰੀ ਆਈ, ਹਵਾ ਆਈ, ਫਲ ਡਿੱਗੇ ਦੂਸਰਿਆਂ ਦੇ ਲਈ। ਖਜ਼ਾਨਾ ਭਰਿਆ ਪ੍ਰੇਮ ਦੇ ਵਿੱਚੋਂ ਨਿਕਲਿਆ ਤੇ ਹੁਣ ਦੂਜਿਆਂ ਨੂੰ ਵੰਡ। ਜਦੋਂ ਤੇਰੇ ਬੋਲ ਫੁੱਲ ਕਿਰਨ, ਫਲ ਕਿਰਨ, ਦੂਜੇ ਖਾਣ ਤੇ ਉਹ ਵੀ ਭਰਨ, ਰੱਜਣ, ਤੇ ਫਿਰ ਉਹ ਵੀ ਵਰਤਾਉਣ ਜੋਗੇ ਹੋ ਜਾਣ। ਟੋਕਰੇ ਭਰ ਕੇ ਦਰਖਤ ਤੋਂ ਲੈ ਲੈਣ। ਇਹ ਤੇਰੇ ਬਚਨਾਂ ਦੇ, ਤੇਰੇ ਬਚਨ ਦੇ ਟੋਕਰੇ, ਤੇਰੇ ਬਚਨ ਦੀਆਂ ਟੋਕਰੀਆਂ। ਥੋੜ੍ਹੀ ਜਿਹੀ ਟੀਚਰ ਤੋਂ ਟੀਚ ਲੈ ਕੇ ਨਾ ਅੱਗੇ ਵੱਧ ਪੈਣ, ਅੱਗੇ ਤੁਰ ਪੈਣ। ਤਾਂ ਇਹ ਬਚਨ ਪਰਮੇਸ਼ਰ ਦਾ ਸਾਨੂੰ ਦਰਸਾਉਂਦਾ ਆ ਕਿ ਤਦ 12 ਚੈਪਟਰ 1, 2 ਤੇ 3 ਕੀ ਕਹਿੰਦਾ? ਤਦ ਯਹੋਵਾ ਨੇ ਅਬਰਾਹਿਮ ਨੂੰ ਆਖਿਆ, ਯਹੋਵਾ ਨੇ ਅਬਰਾਹਿਮ ਨੂੰ ਕੀ ਆਖਿਆ? ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ। ਉਸ ਦੇਸ਼ ਨੂੰ ਨਿਕਲ ਤੁਰ ਜਿਹੜਾ ਮੈਂ ਤੈਨੂੰ ਵਿਖਾਵਾਂਗਾ। ਹੁਣ ਅਸੀਂ ਸੋਚਣਾ ਇੱਥੇ ਪਰਮੇਸ਼ਰ ਦੁਨਿਆਵੀ ਦੇਸ਼ਾਂ ਦੀਆਂ ਗੱਲਾਂ ਕਰਦਾ ਹੈ, ਜਿਹੜੇ ਇੱਥੇ ਰਹਿ ਜਾਣੇ। ਜਿਹੜਾ ਅਬਰਾਹਿਮ ਨੂੰ ਉਹਨੇ ਦੇਸ਼ ਦਿੱਤਾ ਉਹ ਤਾਂ ਇੱਥੇ ਰਹਿ ਗਿਆ। ਅੱਜ ਅਬਰਾਹਿਮ ਦੀ ਔਲਾਦ ਆ, ਅਬਰਾਹਿਮ ਤਾਂ ਪਰਮੇਸ਼ਰ ਦੀ ਗੋਦ ਵਿੱਚ ਚਲੇ ਗਿਆ ਤੇ ਉਸੇ ਦੇਸ਼ ਵਿੱਚ ਉਹਨੂੰ ਲੈ ਕੇ ਗਿਆ ਸੀ। ਜਦੋਂ ਦੇਖਿਆ ਕਿ ਮੇਰੇ ਬੱਚੇ ਨੇ ਮੇਰਾ ਕਹਿਣਾ ਮੰਨ ਲਿਆ ਆ, ਆਖੇ ਲੱਗ ਗਿਆ ਆ, ਆਗਿਆਕਾਰੀ ਪੁੱਤਰ ਬਣ ਗਿਆ ਮੇਰਾ ਬੱਚਾ, ਫਿਰ ਦ੍ਰਿਸ਼ਟਾਂਤ ਕਨਾਨ ਦੇਸ਼ ਦਾ ਆ। ਪਰ ਲੈ ਕੇ ਕਿੱਥੇ ਗਿਆ? ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਲੈ ਕੇ ਕਿਸੇ ਦੇਸ਼ ਗਿਆ? ਆਪਣੇ ਦੇਸ਼ ਨੂੰ, ਆਪਣੇ ਦੇਸ਼ ਨੂੰ, ਪਵਿੱਤਰ ਆਤਮਾ ਦੇ ਦੇਸ਼ ਵਿੱਚ, ਪਵਿੱਤਰ ਆਤਮਾ ਦੇ ਦੇਸ਼ ਵਿੱਚ। ਜਦੋਂ ਹੀ ਪਰਮੇਸ਼ਰ ਨੇ ਆਪਣੀ ਇਸ ਬੱਚੀ ਦੇ ਨਾਲ ਗੱਲ ਕੀਤੀ, ਇਸ ਗੱਲ 'ਤੇ ਹੰਝੂ ਨਹੀਂ ਸੁੱਕਦੇ ਸੀ। ਕਿੰਨੀ ਵਾਰੀ ਇਹ ਬਚਨ ਪੜ੍ਹਿਆ ਸੀ ਔਰ ਬਹੁਤ ਵਾਰੀ ਬਚਨ ਇਹ ਸੁਣਿਆ ਸੀ ਦਾਸਾਂ ਦੇ ਕੋਲੋਂ,
ਪਰ ਆਹ ਗੱਲ ਨਹੀਂ ਸੀ ਸੁਣੀ ਜਿਹੜੀ ਅੱਜ ਪਰਮੇਸ਼ਰ ਆਪਾਂ ਨੂੰ ਦੱਸਣ ਜਾ ਰਹੇ ਆ। ਮੈਂ ਹੋ ਸਕਦਾ ਸਰੋਤਿਆਂ ਨੇ ਸੁਣੀ ਹੋਵੇ, ਪਰੇ ਤੋਂ ਪਰੇ, ਵਕਤੇ ਤਾਂ ਪਰੇ ਤੋਂ, ਬੁਲਾਰੇ ਤਾਂ ਪਰੇ ਤੋਂ ਪਰੇ, ਪਰ ਇਹ ਬੱਚੀ ਨੇ ਨਹੀਂ ਸੀ ਸੁਣੀ। ਬਹੁਤ ਬੁਲਾਰਿਆਂ ਨੂੰ ਜ਼ਰੂਰ ਸੁਣਿਆ, ਪਰ ਇਸ ਤਰ੍ਹਾਂ ਜਿਹੜੀ ਅੱਜ ਪਰਮੇਸ਼ਰ ਆਪਾਂ ਨੂੰ ਦੱਸ ਰਿਹਾ ਆ, ਇਸ ਤਰ੍ਹਾਂ ਕਿ ਇਹਦਾ ਦ੍ਰਿਸ਼ਟਾਂਤ ਕੋਈ ਹੋ ਰਿਹਾ, ਇਹਦਾ ਦੇਸ਼ ਦੀ ਗੱਲ ਕਿਸੇ ਹੋਰ ਦੇਸ਼ ਦੀ ਕਰ ਰਿਹਾ ਪਰਮੇਸ਼ਰ। ਦੁਨੀਆ ਦੇ ਤਾਂ ਕਾਰੋਬਾਰ, ਦੁਨੀਆ ਦੇ ਮਹਿਲਵਾੜੀਆਂ 'ਚ ਜਿਹੜੇ 4 ਦਿਨ ਅਸੀਂ ਰਹਿਣਾ, ਉਹ ਤਾਂ ਪਰਮੇਸ਼ਰ ਕਹਿੰਦਾ ਕਿ ਮੈਂ ਜਾਨਵਰਾਂ ਨੂੰ ਦਿੰਨਾ ਆ ਤੇ ਮੈਂ ਤੁਹਾਨੂੰ ਕਿੱਦਾਂ ਨਾ ਦਊਂਗਾ। ਤੁਸੀਂ ਮੇਰੇ ਹੋ ਕੇ ਤੁਰੋ ਤਾਂ ਮੈਨੂੰ ਮੰਗੋ ਤਾਂ ਸਹੀ। ਮੈਂ ਤਾਂ ਤੁਹਾਡੇ ਪਿੱਛੇ ਅੰਬਾਰ ਲਾ ਦੂੰਗਾ, ਨਵੀਂ ਮੈਂ ਦੇ ਵੇਲਣੇ ਛਲਕਣਗੇ, ਪ੍ਰਾਣੀ ਨੂੰ ਕੱਢੋਗੇ, ਕੋਈ ਕਮੀ ਨਹੀਂ ਛੱਡੂੰਗਾ। ਪਰ ਜਿਹੜਾ ਉਹਦਾ ਹੋ ਜਾਏ ਨਾ, ਉਹ ਆਪਣੇ ਦੇਸ਼ ਚਲ ਜਾਂਦਾ ਆ ਪਰਮੇਸ਼ਰ, ਆਪਣੇ ਦੇਸ਼ 'ਚ। ਜਿਹੜੇ ਦੇਸ਼ ਨੂੰ ਅਸੀਂ ਭੁੱਲ ਗਏ ਹਾਂ ਤੇ ਅਸੀਂ ਪਿਤਾ ਦਾ ਦੇਸ਼, ਸ਼ੈਤਾਨ ਨੂੰ ਪਿਤਾ ਬਣਾ ਲਿਆ। ਅਸੀਂ ਆਖੇ ਆਪਣੇ ਪੇ ਦੇ ਲੱਗਦੇ ਆ ਨਾ, ਮਾਂ ਦੇ ਲੱਗਦੇ ਆ ਨਾ। ਛੋਟੇ ਬੱਚੇ ਵੱਡੇ ਹੋ ਕੇ ਤੇ ਆਪਣੀਆਂ ਮਰਜ਼ੀਆਂ ਕਰਦੇ। ਬਹੁਤ ਬੱਚੇ ਫੇਰ ਵੀ ਬੜੇ ਨੇਕ ਹੁੰਦੇ ਆ, ਆਪਣੇ ਮਾਂ ਪਿਓ ਦੇ ਆਖੇ ਲੱਗਦੇ ਆ। ਪਰ ਇੱਥੇ ਅਸੀਂ ਪੇ ਕਿਹੜਾ ਬਣਾ ਕੇ ਬੈਠੇ, ਅਸੀਂ ਜਿਹਦੇ ਆਖੇ ਲੱਗਦੇ ਆ, ਉਹ ਹੈਗਾ ਸਾਡੇ ਅੰਦਰ ਸ਼ੈਤਾਨ। ਜਲਸ ਨਹੀਂ ਛੱਡਦੇ, ਚੁਗਲੀ ਕਰਨੀ ਨਹੀਂ ਛੱਡਦੇ, ਕਿਸੇ ਦੀਆਂ ਗੱਲਾਂ ਕਰ ਕਰਕੇ ਬੜੇ ਖੁਸ਼ ਹੁੰਦੇ। ਕਿਸੇ ਤੋਂ ਜਦੋਂ ਗਲਤੀ ਹੁੰਦੀ ਆ, ਆਣ ਕੇ ਬਸ ਦੁਹਰਾਉਂਦੇ ਆ ਚੰਗੀ ਤਰ੍ਹਾਂ। ਫਿਰ ਉਹਨੂੰ ਘਰ ਦੇ ਵਿੱਚ ਰੌਲਾ ਪਾਉਂਦੇ ਆ, ਫਲਾਣੇ ਨੇ ਆਹ ਕੀਤਾ, ਧਿਮਕੜੇ ਦੀ ਕੁੜੀ ਨੇ ਆਹ ਕੀਤਾ, ਧਿਮਕੜੇ ਦੇ ਮੁੰਡੇ ਨੇ ਆਹ ਕਰ ਦਿੱਤਾ। ਹਾਏ ਹਾਏ, ਆਪਣੇ ਅੰਦਰ ਕੀ ਕੁਛ ਚੱਲਦਾ, ਆਪਣੇ ਘਰ 'ਚ ਕੀ ਕੁਛ ਚੱਲਦਾ। ਘਰ ਲੱਗੇ ਤੇ ਅੱਗ, ਤੇ ਬਾਹਰ ਲੱਗੇ ਤੇ ਬਸੰਤਰ। ਬਾਹਰ ਅੱਗ ਲੱਗੀ ਹੋਵੇ ਨਾ ਕਿਸੇ ਦੇ, ਬਸੰਤਰ ਦੇਵਤਾ, ਤੇ ਜੇ ਘਰ ਅੱਗ ਲੱਗੀ ਹੋਵੇ ਫਿਰ ਪਰਲ ਪਲ ਹੰਝੂ, ਪਿੱਟ ਪਟਾਕੇ, ਦੁਹਾਈ ਮੇਰਾ ਕੁਛ ਹੀ ਨਹੀਂ ਬਚਿਆ, ਵੇ ਮੇਰਾ ਸਾਰਾ ਕੁਛ ਸੜ ਗਿਆ। ਤੇ ਜੇ ਦੂਰੋਂ ਕਿਤੇ ਅੱਗ ਦਿਸਦੀ ਹੋਵੇ, ਬਸੰਤਰ ਦੇਵਤਾ, ਫੇ ਬਸੰਤਰ ਦੇਵਤਾ। ਸੋ ਇਸ ਤਰ੍ਹਾਂ ਪਰਮੇਸ਼ਰ ਇੱਥੇ ਕਹਿੰਦੇ ਆ ਕਿ ਅਬਰਾਹਿਮ ਨੂੰ ਕਿਹਾ ਕਿ ਇਸ ਪਿਤਾ ਦੇ ਘਰ ਨੂੰ ਤੇ ਇਹਨਾਂ ਸਾਕਾਂ ਨੂੰ ਛੱਡ ਦੇ, ਜਿਹੜੇ ਦੇਸ਼ ਤੈਨੂੰ ਮੈਂ ਤੋਰ ਲੱਗਾ, ਇਸ ਦੇਸ਼ ਨੂੰ ਚੱਲ। ਪਿਤਾ ਕਿਹੜਾ ਆ ਇੱਥੇ? ਜਿਹਨੇ ਜੰਮਿਆ ਪਾਲਿਆ। ਦ੍ਰਿਸ਼ਟਾਂਤ ਕਿਹੜੇ ਪਿਤਾ ਦਾ ਆ? ਸ਼ੈਤਾਨ ਦਾ। ਅਸੀਂ ਸ਼ੈਤਾਨ ਦੇ ਕਹਿਣੇ ਲੱਗਦੇ ਹਾਂ। ਜ਼ਬਾਨ ਸਾਡੀ ਸ਼ੈਤਾਨ ਦੇ ਕਹਿਣੇ ਲੱਗ ਕੇ ਬੋਲਦੀ ਆ, ਕਿਚ ਪਿਲ, ਗੰਦ ਪਿਲ, ਬੁਰਾ ਭਲਾ, ਓਪਰਾ ਗਿਆਨ, ਸ਼ੈਤਾਨ ਦੇ ਕਹਿਣੇ। ਸਾਡੇ ਅੰਦਰ ਝਰਨਾ ਨਹੀਂ ਚੱਲਦਾ, ਕਿਉਂਕਿ ਸ਼ੈਤਾਨ ਦੇ ਕਹਿਣੇ 'ਚ ਗਿਆਨ ਹੈ। ਸ਼ੈਤਾਨ ਬਥੇਰਾ ਕੁਝ ਜਾਣਦਾ ਆ, ਦੁਸ਼ਟ ਬਹੁਤ ਕੁਛ ਜਾਣਦਾ ਆ। ਇਸ ਕਰਕੇ ਜਿੰਨਾ ਚਿਕਰ ਸਾਡੇ ਅੰਦਰ ਇਹ ਪੂਰਨਤਾਈ ਨਹੀਂ ਬਣਦੀ ਪਰਮੇਸ਼ਰ ਦੀ, 10 ਹੁਕਮਾਂ ਦੀ ਆਗਿਆਕਾਰੀ ਨਹੀਂ ਅਸੀਂ ਹੁੰਦੇ, ਉਹਨਾਂ ਚਿਕਰ ਅਸੀਂ ਸ਼ੈਤਾਨ ਨੂੰ ਹੀ ਪਿਤਾ ਮੰਨਿਆ ਹੋਇਆ ਹੈ। ਤੇ ਸ਼ੈਤਾਨ ਦੇ ਅੰਗ ਸਾਕ ਕਿਹੜੇ ਆ? ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਚੋਰੀ, ਵਕੀਲੀ, ਜਲਸ, ਵੈਰ, ਵਿਰੋਧ, ਮੈਂ ਬੱਕਰੇ ਦੀ ਤਰ੍ਹਾਂ ਕਰਨਾ, ਵੱਡਾ ਬਣਨਾ, ਕਿਸੇ ਨੂੰ ਪਿੱਜੇ ਨਾ ਰੱਖਣਾ, ਇਹ ਸਕੀਰੀ, ਇਹ ਸਾਕ ਆ। ਤੇ ਜੇ ਸਾਡੇ ਅੰਦਰ ਇਹ ਚੀਜ਼ਾਂ, ਤੇ ਸਾਡਾ ਇਹਨਾਂ ਸਾਕਾਂ ਨਾਲ ਪਿਆਰ ਹੋਇਆ ਨਾ। ਝੂਠੇ ਸਾਕ, ਨਰਕਾਂ 'ਚ ਸਿੱਟਣ ਵਾਲੇ ਸਾਕ, ਨਰਕਾਂ 'ਚ ਸਿੱਟਣ ਵਾਲਾ ਪਿਤਾ ਸ਼ੈਤਾਨ। ਪਰਮੇਸ਼ਰ ਨੇ ਕਿਹਾ ਇਹਨੂੰ ਛੱਡ ਦੇ, ਇਹਨੂੰ ਛੱਡ ਦੇ। ਦ੍ਰਿਸ਼ਟਾਂਤ
ਪਰਮੇਸ਼ਰ ਜਦੋਂ ਯਿਸੂ ਮਸੀਹ ਦੇ ਰੂਪ ਦੇ ਵਿੱਚ ਪੁੱਤਰ ਬਣ ਕੇ ਆਇਆ ਤੇ ਇੰਨੇ ਡੂੰਘੇ ਦ੍ਰਿਸ਼ਟਾਂਤ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ, ਸਮਝ ਨਹੀਂ ਲੱਗਦੀ, ਬੜੀ ਡੂੰਘਾਈ ਨਾਲ ਉਹਦੇ ਚੇਲੇ ਨਾਲ ਰਹਿਣ ਵਾਲੇ ਪੁੱਛਦੇ ਆ, ਪ੍ਰਭੂ ਜੀ ਸਾਨੂੰ ਸਮਝ ਨਹੀਂ ਲੱਗੀ, ਸਾਨੂੰ ਖੋਲ ਕੇ ਦੱਸੋ। ਨਾਲ ਰਹਿਣ ਵਾਲੇ, ਪਰਮੇਸ਼ਰ ਦੇ ਨਾਲ ਰਹਿਣ ਵਾਲੇ ਦਿਨ ਰਾਤ, ਉਹਨਾਂ ਨੂੰ ਸਮਝ ਨਹੀਂ ਲੱਗਦੀ ਅਸੀਂ ਕਿਹੜੇ ਬਾਗ ਦੀ ਮੂਲੀ। ਤੇ ਇੱਥੇ ਯਹੋਵਾ ਖੁਦ ਆਪ ਅਕਾਲ ਪੁਰਖ ਹੀ ਗੱਲ ਸਿੱਧੀ ਕਰ ਰਿਹਾ ਆ, ਜਿਹੜਾ ਸਰੀਰ ਦੇ ਵਿੱਚ ਬੰਧਨ 'ਚ ਹੈ ਹੀ ਨਹੀਂ। ਪਿਤਾ ਯਿਸੂ ਮਸੀਹ ਪਰਮੇਸ਼ਰ ਦਾ ਰੂਪ ਆ, ਪਰ ਸਰੀਰ ਵਿੱਚ ਆ ਕੇ ਸਾਡੇ ਵਰਗਾ ਬਣ ਕੇ ਸਾਡੇ ਨਾਲ ਗੱਲ ਕਰਦਾ, ਸਾਡੇ ਖਾਨੇ 'ਚ ਈਜ਼ੀ ਆ ਪੈਣੀ। ਪਰ ਸਿੱਧੀ ਯਹੋਵਾ ਦੀ ਗੱਲ ਸਾਡੇ ਖਾਨੇ ਦੇ ਵਿੱਚ ਦ੍ਰਿਸ਼ਟਾਂਤ ਦਿੱਤਾ ਆ, ਤੇ ਅੰਦਰੂਨੀ ਗੱਲ ਖਜ਼ਾਨੇ ਸਾਡੇ 'ਚ ਅੰਦਰ ਕਿੱਦਾਂ ਡਿੱਗੂਗੀ, ਜਿੰਨਾ ਚਿਰ ਉਹ ਸਾਨੂੰ ਆਪ ਨਾ ਖੋਲ ਕੇ ਦੱਸੇ, ਆਤਮਾ ਦੇ ਵਿੱਚ ਨਾ ਬੁਲਾਵੇ ਕਿਸੇ ਨੂੰ, ਉਹਨਾਂ ਚਿਰ ਕਿੱਦਾਂ ਪਤਾ ਲੱਗੂਗਾ ਕਿ ਪਰਮੇਸ਼ਰ ਜੀ ਸਾਨੂੰ ਕੀ ਕਹਿੰਦੇ ਆ। ਕਹਿੰਦੇ ਤਦ ਯਹੋਵਾ ਨੇ ਅਬਰਾਹਿਮ ਨੂੰ ਆਖਿਆ, ਤੂੰ ਆਪਣੇ ਦੇਸ਼ ਤੋਂ ਅਰ ਆਪਣੇ ਦੇਸ਼ ਤੋਂ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹ ਦੇਸ਼ ਆ ਸਾਡੇ ਅੰਦਰ, ਦੇਸ਼ ਆ, ਇਹਦੇ 'ਚ ਬਹੁਤ ਖਜ਼ਾਨਾ ਆ। ਤਾਂ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ, ਜਿਹੜੇ ਸਾਡੇ ਅੰਦਰ ਕੁੱਟ ਕੁੱਟ ਕੇ ਬੈਰ ਵਿਰੋਧ ਭਰੇ ਪਏ ਆ, ਇਹਨਾਂ ਸਾਕਾਂ ਨੂੰ ਛੱਡ ਦੇ। ਇਸ ਪਿਤਾ ਦੇ ਸ਼ੈਤਾਨ ਨੂੰ ਛੱਡ ਦੇ, ਸ਼ੈਤਾਨ ਪਿਤਾ ਦੇ ਆਖੇ ਲੱਗਣਾ ਛੱਡ ਦੇ, ਇਹਨਾਂ ਸਾਕਾਂ ਨੂੰ ਛੱਡ ਦੇ, ਤੇ ਜਿਸ ਦੇਸ਼ ਨੂੰ ਤੈਨੂੰ ਮੈਂ ਕਹਿਣਾ ਉਸ ਦੇਸ਼ ਨੂੰ ਚੱਲ, ਆਤਮਾ ਦੇ ਦੇਸ਼। ਤੈਨੂੰ ਇੰਨਾ ਉੱਚਾ ਕਰੂੰਗਾ, ਇੰਨਾ ਵਧਾਊਂਗਾ, ਤੇਰਾ ਰੋਸ਼ਨ ਨਾ ਕਰੂੰਗਾ। ਹੁਣ ਆਪਾਂ ਐਗਜ਼ਾਮਪਲ ਤੌਰ 'ਤੇ ਕਹੀਏ ਕਿ ਜਿਸ ਵੇਲੇ ਆਪਾਂ ਅਬਰਾਹਿਮ ਨੂੰ ਜਾਣਦੇ ਹਾਂ, ਆਪਾਂ ਯਾਕੂਬ ਨੂੰ ਜਾਣਦੇ ਹਾਂ, ਆਪਾਂ ਇਹਨਾਂ ਨਬੀਆਂ ਦੇ ਨਾਂ ਕਿੰਨੇ ਗਾਉਂਦੇ ਹਾਂ, ਜਾਣਦੇ ਹਾਂ, ਬੋਲਦੇ ਹਾਂ, ਆਪਾਂ ਕਬੀਰ ਨੂੰ ਜਾਣਦੇ ਹਾਂ, ਆਪਾਂ ਬਾਬੇ ਫਰੀਦ ਨੂੰ ਵੀ ਜਾਣਦੇ ਹਾਂ, ਪਰ ਉਸ ਵੇਲੇ ਦੇ ਰਾਜੇ ਕੌਣ ਸੀ ਉਹਨਾਂ ਨੂੰ ਅਸੀਂ ਨਹੀਂ ਜਾਣਦੇ। ਰਾਜੇ ਰਾਜ ਕਮਾਉਣ ਵਾਲੇ ਜਿਹੜੇ ਸੀ, ਰਾਜਾ ਕਬੀਰ ਸਾਹਿਬ ਦੇ ਵੇਲੇ ਰਾਜਾ ਕੌਣ ਸੀ, ਬਾਬੇ ਫਰੀਦ ਦੇ ਵੇਲੇ ਰਾਜਾ ਕੌਣ ਸੀ? ਕਬੀਰ ਇੱਕ ਜਲਾਹਾ ਸੀ, ਰਵਿਦਾਸ ਇੱਕ ਚਮਾਰ ਸੀ, ਧੰਨਾ ਇੱਕ ਜੱਟ ਸੀ, ਜਿਨ੍ਹਾਂ ਨੇ ਰੱਬ ਨੂੰ ਰਿਝਾਇਆ ਔਰ ਰੱਬ ਦੇ ਹੋ ਗਏ। ਉਹਨਾਂ ਨੂੰ ਦੁਨੀਆ ਅੱਜ ਵੀ ਜਾਣਦੀ ਆ, ਉਹਨਾਂ ਦੇ ਨਾਂ ਰੋਸ਼ਨ ਹੋਏ। ਅੱਜ ਯੋਹੰਨਾ ਦਾ ਨਾਂ ਰੋਸ਼ਨ ਆ, ਅਬਰਾਹਿਮ ਦਾ ਨਾਂ ਰੋਸ਼ਨ ਆ, ਇਸਹਾਕ ਦਾ ਨਾਂ ਰੋਸ਼ਨ ਆ, ਯਾਕੂਬ ਦਾ ਨਾਂ ਰੋਸ਼ਨ ਆ, ਮਰੀਅਮ ਦਾ ਨਾਂ ਰੋਸ਼ਨ ਆ। ਜਿਨ੍ਹਾਂ ਦੇ ਨਾਂ ਲਏ ਜਾਂਦੇ ਆ, ਬਹੁਤ ਆਪਾਂ ਨਾਂ ਗਿਣ ਲੱਗੀਏ ਤੇ ਬਹੁਤ ਆ, ਭਾਵੇਂ ਉਂਗਲੀਆਂ 'ਤੇ ਗਿਣੇ ਜਾਣ ਵਾਲੇ, ਪਰ ਬਹੁਤ ਆ ਸਟਿਲ। ਆਪਾਂ ਇੰਨੀ ਲੰਬਾਈ ਨਾਂ ਗਿਣ ਦੀ ਨਾ ਕਰੀਏ, ਆਪਾਂ ਐਗਜ਼ਾਮਪਲ ਦਿੰਦੇ ਹਾਂ। ਪਰ ਉਹਨਾਂ ਦੇ ਵੇਲੇ ਜਿਹੜੇ ਰਾਜੇ ਸੀ, ਜਾਂ ਉਹਨਾਂ ਦੇ ਰਾਜਿਆਂ ਦੇ ਪੁੱਤ, ਧੀਆਂ, ਨੂੰਹਾਂ, ਪੁੱਤ, ਉਹ ਸਾਨੂੰ ਕਿਸੇ ਨੂੰ ਨਹੀਂ ਪਤਾ ਕੌਣ ਸੀਗੇ, ਉਹ ਸਾਨੂੰ ਕਿਸੇ ਨੂੰ ਨਹੀਂ ਪਤਾ। ਮਤਲਬ ਭਾਵ ਕਹਿਣ ਦਾ, ਸਮਝਾਉਣ ਸਮਝਣ ਦਾ ਸਾਡੇ ਲਈ ਇਹ ਆ ਕਿ ਅਬਰਾਹਿਮ ਨੂੰ ਉਹਨੇ ਕਿਹਾ, ਮੈਂ ਤੈਨੂੰ ਉਚਾਈਆਂ 'ਤੇ ਲੈ ਜਾਵਾਂਗਾ, ਤੇਰਾ ਨਾਂ ਰੋਸ਼ਨ ਕਰਾਂਗਾ। ਆ ਦੇਖਿਓ, ਪੜ੍ਹ ਕੇ ਸੁਣ ਲਓ ਫਿਰ, ਤੇ ਆਪ ਵੀ ਪੜ੍ਹੋ ਆਪਣੇ। ਓਕੇ, ਕਹਿੰਦੇ ਪਰਮੇਸ਼ਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ, ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ, ਔਰ ਮੈਂ ਤੈਨੂੰ ਅਸੀਸ ਦਿਆਂਗਾ, ਔਰ ਮੈਂ ਤੇਰਾ ਨਾਮ ਵੱਡਾ ਕਰਾਂਗਾ, ਔਰ ਤੂੰ ਬਰਕਤ ਦਾ ਕਾਰਨ ਬਣੇਗਾ। ਜੋ ਤੈਨੂੰ ਬਰਕਤ ਦਾ ਕਾਰਨ ਕੌਣ ਆ? ਪਰਮੇਸ਼ਰ, ਪਰਮੇਸ਼ਰ ਦਾ ਆਤਮਾ, ਪਵਿੱਤਰ ਆਤਮਾ, ਪਿਤਾ, ਪੁੱਤਰ ਤੇ ਪਵਿੱਤਰ ਆਤਮਾ। ਤੇ ਇਹ ਉਸੇ ਦੇਸ਼ 'ਚੋਂ ਮਿਲਦੀ ਆ, ਇਹ ਕਨਾਨ ਦੇਸ਼ 'ਚੋਂ ਨਹੀਂ ਮਿਲਣੀ, ਉਹ ਤਾਂ ਦ੍ਰਿਸ਼ਟਾਂਤ ਆ। ਆਹ ਸਾਕ ਝੂਠੇ ਸ਼ੈਤਾਨੀ ਛੱਡਣੇ ਆ,
ਨਾ ਕਿ ਜਿਹੜਾ ਪੇ ਨੇ ਜੰਮਿਆ ਪਾਲਿਆ, ਨਾ ਸ਼ੈਤਾਨ ਪੇ ਨੂੰ ਛੱਡ, ਇਸ ਸਾਕਾਂ ਨੂੰ ਛੱਡ ਜਿਹੜੇ ਅੰਦਰ ਤੇਰੇ ਜੰਮੇ ਪਏ ਆ। ਚੁਗਲੀਆਂ ਚਪੱਟੀਆਂ, ਬਕਵਾਸ, ਗੰਦ ਜੀਭ ਦੇ ਬੋਲਣੇ, ਜਲਸ ਕਰਨੀ, ਵੈਰ ਕਰਨਾ, ਵਿਰੋਧ, ਸਾਰੇ ਸਾਕ ਅੰਗ ਛੱਡ ਦੇ। ਤੁਰ ਪਾ ਮੇਰੇ ਆਖੇ ਲੱਗ ਕੇ ਕਨਾਨ ਦੇਸ਼ ਨੂੰ, ਭਾਵ ਕਨਾਨ ਦੇਸ਼ ਦਾ ਦ੍ਰਿਸ਼ਟਾਂਤ, ਇਕਾਂਤ ਵੱਲ ਤੁਰ ਪਾ, ਆਤਮਾ ਵੱਲ ਤੁਰ ਪਾ, ਆਤਮਾ ਦੇ ਦੇਸ਼ ਵੱਲ ਤੁਰ ਪਾ। ਤਾਂ ਮੈਂ ਤੇਰਾ ਫਿਰ ਜਦੋਂ ਆਤਮਾ ਦੇ ਦੇਸ਼ 'ਚ ਜਾਏਗਾ ਨਾ, ਜਿੱਦਾਂ ਕਬੀਰ ਜਲਾਹੇ ਦਾ, ਰਵਿਦਾਸ ਜਮੀਦਾਰ ਦਾ ਇੱਦਾਂ ਨਾਂ ਉੱਚੇ ਕੀਤੇ ਆ। ਉਹ ਕਹਿੰਦਾ ਆਪਣੇ ਆਪ ਨੂੰ ਰਵਿਦਾਸ ਚਮਾਰ ਕਹਿੰਦਾ ਢੋਰ ਆਪਣੇ ਆਪ ਨੂੰ। ਤਾਂ ਕਿੰਨਾ ਉੱਚਾ ਪਰਮੇਸ਼ਰ ਨੇ ਕਰਤਾ ਮੈਨੂੰ। ਜਾਤ ਪਾਤ ਮਿਟ ਗਈ, ਉੱਚਾ ਉੱਠਿਆ ਪਰਮੇਸ਼ਰ ਦੇ ਨਾਮ 'ਚ। ਪੰਡਤ ਜਿਹੜੇ ਜਿਲਸ ਕਰਦੇ ਸੀ ਉਹਨਾਂ ਨੂੰ ਉਹਦੀ ਥਾਲੀ ਵਿੱਚ ਰੋਟੀ ਖਾਂਦੇ ਦੇ ਸੀ। ਉਹ ਥਾਲੀ ਸਾਰਿਆਂ ਦੀ 'ਚ ਰੋਟੀ ਖਾਂਦਾ ਦੇ ਸੀ ਪੰਡਤਾਂ ਦੇ ਨਾਲ, ਜਿਹੜੇ ਛੂ ਕਰਦੇ ਸੀ। ਇਸੇ ਤਰ੍ਹਾਂ ਹੀ ਇਹ ਪਰਮੇਸ਼ਰ ਜੀ ਸਾਡੇ ਨਾਲ ਆਤਮਾ ਦੀ ਗੱਲ ਕਰਦੇ ਆ, ਆਤਮਾ ਦੀ ਤੇ ਪਰਮਾਤਮਾ ਦੇ ਦੇਸ਼ ਦੀ, ਕਿ ਇਹਨਾਂ ਝੂਠਿਆਂ ਨੂੰ ਛੱਡ ਦੇ, ਸਾਰਿਆਂ ਸਾਕਾਂ ਸੰਬੰਧੀਆਂ ਨੂੰ, ਕਪਟ ਨੂੰ, ਜਿਹੜਾ ਇਸ ਸਾਡੇ ਸਰੀਰ ਦੇ ਵਿੱਚ ਭਰੀ ਫਿਰਦਾ ਆ, ਤੇ ਸ਼ੈਤਾਨ ਪੇ ਦੇ ਕਹਿਣੇ ਲੱਗਦਾ, ਤੇ ਖੋਟੀ ਬੁੱਧੀ ਮਾਂ ਦੇ ਕਹਿਣੇ ਲੱਗਦਾ। ਇਹਨਾਂ ਨੂੰ ਛੱਡ ਦੇ, ਤੇ ਛੱਡ ਕੇ ਜਿੱਥੇ ਤੈਨੂੰ ਮੈਂ ਕਹਿਣਾ ਉੱਥੇ ਤੁਰ। ਪਰਮੇਸ਼ਰ ਦੁਨੀਆਦਾਰੀ ਵਿੱਚ ਕਿਸ ਦੇ ਮਨ ਨਹੀਂ ਖੋਭਦਾ, ਇਹ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ। ਉਹ ਤੇ ਹਰ ਵੇਲੇ ਕਹਿੰਦਾ ਬਾਹਾਂ ਖੁੱਲੀਆਂ ਖਿਲਾਰ ਕੇ, ਬੱਚਿਆ ਮੇਰੀ ਵੱਲ ਆ, ਮੈਂ ਹਰ ਵੇਲੇ ਉਡੀਕਦਾ ਆ ਤੈਨੂੰ, ਕਿਤੇ ਤੂੰ 2 ਮਿੰਟ ਲਈ ਵੀ ਮੇਰੇ ਪ੍ਰਾਰਥਨਾ ਕਰਨ ਲਈ, ਮੈਨੂੰ ਯਾਦ ਕਰਨ ਲਈ ਸੁੱਤਾ ਉੱਠ ਕੇ ਯਾਦ ਕਰ ਲਵੇਂ। ਤੇ ਤੈਨੂੰ ਪਤਾ ਹੀ ਨਹੀਂ ਹੁੰਦਾ ਫਿਰ ਮੇਰਾ ਪਾਪਾ, ਮੇਰਾ ਪਰਮੇਸ਼ਰ ਮੇਰੇ ਕਦੀ ਪੈਰਾਂ ਵੱਲ ਖੜਾ ਹੁੰਦਾ ਤੇ ਕਦੀ ਸਿਰ ਵੱਲ ਖੜਾ ਹੁੰਦਾ, ਤੇ ਤੂੰ ਉਹਨੂੰ ਬੁਲਾਉਂਦਾ ਹੀ ਨਹੀਂ ਹੈਂ। ਉਹ ਤਾਂ ਇੱਦਾਂ ਤਰਲੇ ਕਰਦਾ ਆ। ਤੇ ਉਹ ਦੁਨਿਆਵੀ ਗੱਲਾਂ ਦੇ ਵਿੱਚ ਆਪਣੇ ਦਾਸ ਇਬਰਾਹਿਮ ਨੂੰ ਪਾਊਗਾ? ਕਦੀ ਵੀ ਨਹੀਂ। ਇਹ ਤਾਂ ਦ੍ਰਿਸ਼ਟਾਂਤ ਆ, ਜੋਹਾ ਦਾ ਡੂੰਘਾ ਦ੍ਰਿਸ਼ਟਾਂਤ ਆ, ਬਹੁਤ ਡੂੰਘਾ। ਇਹ ਪਰਮੇਸ਼ਰ ਨੇ ਅੱਜ ਦੱਸਿਆ, ਆਪਾਂ ਵੰਡ ਰਹੇ ਹਾਂ। ਤੇ ਹੁਣ ਤੁਸੀਂ ਸਰੋਤਿਓ ਸੁਣ ਕੇ ਇਹਦੇ ਵਿੱਚੋਂ ਹੋਰ ਖੋਜ ਕਰੋ, ਹੋਰ ਖੋਜ ਕਰੋ ਜਿੰਨੀ ਹੁੰਦੀ ਆ, ਹੋਰ ਵਧਾਈਏ ਆਪਾਂ। ਕਿਉਂਕਿ ਪਰਮੇਸ਼ਰ ਨੇ 12 ਟੋਕਰੀਆਂ ਜਿਹੜੀਆਂ ਵੰਡੀਆਂ ਆ ਨਾ, ਅੰਤ ਕੋਈ ਨਹੀਂ, ਇਹ ਮੁੱਕਣ ਵਾਲੀਆਂ ਨਹੀਂ ਗੀਆਂ। ਇਹ ਨਹੀਂ ਵੀ ਇਹ 2 ਘੰਟਿਆਂ ਦੇ ਵਿੱਚ ਇਹਦਾ ਵਰਣਨ ਹੋ ਜਾਣਾ ਆ, ਘੰਟੇ 'ਚ ਹੋ ਜਾਣਾ ਆ, ਅੱਧੇ ਘੰਟੇ 'ਚ ਹੋ ਜਾਣਾ ਆ। ਇਹ ਹੋਣਾ ਹੀ ਨਹੀਂ ਜਿੰਨਾ ਮਰਜ਼ੀ ਕਰੀ ਜਾਈਏ। ਸੋ ਇਹ ਸੁਣ ਕੇ ਤੁਸੀਂ ਇਹਨੂੰ ਹੋਰ ਵਧਾਇਓ ਤੇ ਵੰਡਿਓ, ਤਾਂ ਮੇਰੀ ਖੁਸ਼ੀ ਹੋਊ, ਇਸ ਆਤਮਾ ਦੀ ਖੁਸ਼ੀ ਹੋਊ, ਆਨੰਦ ਹੋਊ, ਖੇੜਾ ਹੋਊ। ਕਦੀ ਸਰੋਤਿਆਂ ਦੇ ਰੂਪ ਦੇ ਵਿੱਚ ਆਵਾਜ਼ ਤੁਹਾਡੀ ਮੇਰੇ ਕੰਨਾਂ 'ਚ ਵੀ ਪਊ ਕਿ ਆਹ ਗੱਲ ਸੁਣੀ, ਇਸ ਤੋਂ ਅੱਗੇ ਹੋਰ ਵਾਧਾ ਮਿਲਿਆ ਔਰ ਅਸੀਂ ਹੋਰ ਵਧਾ ਕੇ ਵੰਡਿਆ। ਧੰਨਵਾਦ ਹੋ, ਪਰਮੇਸ਼ਰ ਦਾ ਸ਼ੁਕਰ ਹੋ। ਤਾਂ ਇੱਥੇ ਪਰਮੇਸ਼ਰ ਜੀ ਕਹਿੰਦੇ ਆ, ਨਿਕਲ ਤੁਰ ਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ, ਮੈਂ ਤੈਨੂੰ ਅਸੀਸ ਦਿਆਂਗਾ। ਇੱਥੇ ਕੌਮ ਸੱਤ ਦੀ, ਸੰਤੋਖ ਦੀ, ਧਰਮ ਦੀ, ਧੀਰਜ ਦੀ, ਅਕਲ ਦੀ, ਮਤ ਦੀ, ਬੁੱਧ ਦੀ, ਗਿਆਨ ਦੀ, ਇੱਥੇ ਕੌਮ ਬਣੂਗੀ। ਫਿਰ ਇੱਥੇ ਧਰਮੀ ਬੈਠਣਗੇ ਰਾਜ ਗੱਦੀ ਦੇ ਉੱਤੇ, ਤੇ ਪਰਮੇਸ਼ਰ ਦੇ ਪਲੰਘ ਦੇ 4 ਚੁਫੇਰੇ ਘੁੱਟਣੇ ਲਾ ਕੇ ਅਰਦਾਸਾਂ ਕਰਕੇ ਤੇ ਨਾਅਰੇ ਲਾਉਣਗੇ ਤੇ ਧੰਨਵਾਦ ਦੀਆਂ ਭੇਟਾਂ ਚੜਾਉਣਗੇ। ਪਰਮੇਸ਼ਰ ਆਪਣੇ ਤੋਂ ਹੁਕਮ ਲੈ ਕੇ ਹਿਰਦੇ ਵਿੱਚੋਂ, ਗੱਦੀ ਤੋਂ ਫਿਰ ਅੱਗੇ ਵੰਡਣਗੇ। ਖਜ਼ਾਨੇ ਭਰ ਭਰ ਕੇ ਪਰਮੇਸ਼ਰ ਦਊਗਾ। ਤਾਂ ਉੱਥੋਂ ਕਦੀ ਨਾ ਮੁੱਕਣ ਵਾਲੇ ਖਜ਼ਾਨੇ ਹੋਣਗੇ। ਤਾਂ ਹੀ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਬਹੁਤ ਦਊਂਗਾ, ਨਾ ਮੁੱਕਣ ਵਾਲਾ ਤਾਂ ਦਊਂਗਾ, ਅਤੇ ਮੈਂ ਤੈਨੂੰ ਅਸੀਸ ਦਿਆਂਗਾ, ਔਰ ਮੈਂ ਤੇਰਾ ਨਾਮ ਵੱਡਾ ਕਰਾਂਗਾ, ਔਰ ਤੂੰ ਬਰਕਤ ਦਾ ਕਾਰਨ ਹੋਵੇਂਗਾ। ਜੋ ਤੈਨੂੰ ਅਸੀਸ ਦਿੰਦੇ ਹਨ, ਮੈਂ ਉਹਨਾਂ ਨੂੰ ਅਸੀਸ ਦਿਆਂਗਾ। ਕਿਉਂਕਿ ਜਿਹੜੇ ਰੱਬ ਦੇ ਦਾਸਾਂ ਨੂੰ ਟਿਚਰਾਂ ਕਰਦੇ, ਮਖੌਲ ਕਰਦੇ ਆ ਨਾ, ਕਹਿੰਦੇ ਸੰਤਨ ਸੇਤੀ ਮਸਕਰੀ, ਇਹ ਡੁੱਬਣ ਕੀ ਰੀਤ।
ਰੱਬ ਦਾ ਪਿਆਰੇ ਦੇ ਹੰਝੂ ਕਿਰਦੇ ਤੇ ਕੋਈ ਟਿਚਰਾਂ ਕਰੇ ਮਖੌਲ ਕਰੇ ਤਾਂ ਫਿਰ ਉਹਦੇ ਦੂਜੇ ਹੰਝੂ ਦੁਨੀਆ ਦੀ ਤੜਫ ਦੇ ਹੰਝੂ ਕਰਦੇ ਫਿਰ ਦੇਖੋ। ਕਿਸੇ ਨੇ ਰੱਬ ਦੇ ਪਿਆਰੇ ਨੂੰ ਕੋਈ ਟਿਚਰ ਕਰਦਾ ਨਾ, ਪ੍ਰਤੱਖ ਹੋਏ ਆ ਸਾਡੇ ਨਾਲ ਇੱਦਾਂ ਦੇ ਹੰਝੂ ਡਿੱਗਦੇ ਤੁਹਾਡੇ ਰੱਬ ਦੇ ਪ੍ਰੇਮ 'ਚ। ਰੱਬ ਦੇ ਪ੍ਰੇਮ 'ਚ ਜਦੋਂ ਬਚਨ ਮੂੰਹ 'ਚ ਹੋਵੇ ਤੇ ਹੰਝੂ ਡਿੱਗਣ ਤੇ ਉਹ ਹੰਝੂ ਬੜੇ ਭਾਗਾਂ ਨਾਲ ਆਉਂਦੇ ਆ। ਦੁਨਿਆਵੀ ਹੰਝੂ ਦੁਨਿਆਵੀ ਗੱਲਾਂ ਕਰਕੇ ਆਉਣਗੇ, ਦੁਨਿਆਵੀ ਦੁੱਖ ਚੇਤੇ ਕਰ ਕਰਕੇ ਝੱਟ। ਪਰ ਪਰਮੇਸ਼ਰ ਦੀ ਬਾਣੀ ਮੂੰਹ 'ਚ ਹੋਵੇ ਤਾਂ ਹੰਝੂ ਨਹੀਂ ਆਉਂਦੇ। ਹੰਝੂ ਉਦੋਂ ਆਉਂਦੇ ਆ ਜਦੋਂ ਪਰਮੇਸ਼ਰ ਦੀ ਬਾਣੀ ਦਿਲ ਵਿੱਚ ਉਤਰ ਜਾਵੇ, ਫਿਰ ਜ਼ਰੂਰ ਆਉਂਦੇ ਆ। ਬਹੁਤ ਹੀ ਪਿਆਰੇ ਹੰਝੂ ਹੁੰਦੇ ਆ ਉਹ, ਰੋਗ ਧੋਤੇ ਜਾਂਦੇ ਉਹਨਾਂ ਹੰਝੂਆਂ ਦੇ ਨਾਲ। ਦੁਨਿਆਵੀ ਹੰਝੂਆਂ ਨਾਲ ਰੋਗ ਲੱਗਦੇ ਆ। ਦੁਨਿਆਵੀ ਕਿਸੇ ਵੀ ਯਾਦ ਕਰਕੇ ਕਿਸੇ ਨੂੰ ਰੋ ਕੇ ਦੇਖ ਲਓ, ਪ੍ਰਤੱਖ ਦੇਖ ਲਓ ਕਰਕੇ। ਯਾਦ ਕਰ ਲਓ, ਕਿਸੇ ਮਰੇ ਨੂੰ ਕਰ ਲਓ, ਜਾਂ ਆਪਣੇ ਦੁੱਖਾਂ ਨੂੰ ਯਾਦ ਕਰ ਲਓ, ਪਿਛਲਿਆਂ ਨੂੰ ਕਿਸੇ ਨੂੰ ਆਏ ਬਹੁਤ ਦੁੱਖ ਨੂੰ। ਬਾਅਦ ਵਿੱਚ ਸਿਰ ਦੁਖੂਗਾ, ਬੁਖਾਰ ਜਿਹਾ ਹੋ ਜਾਊਗਾ, ਚਾਹ ਦਾ ਕੱਪ ਬਣਾਇਓ, ਇੱਦਾਂ ਕਰੋਗੇ। ਪਰ ਜਦੋਂ ਪਰਮੇਸ਼ਰ ਦੇ ਪ੍ਰੇਮ ਦੇ ਹੰਝੂ ਆਉਣਗੇ, ਗਿਆਨ ਫੁੱਟੂਗਾ, ਅੰਦਰ ਚਾਅ ਚੜ੍ਹ ਜਾਊਗਾ, ਅਗੰਮੀ ਰਸ ਆਊਗਾ, ਅੰਦਰ ਤਾਕਤ ਬਣੂਗੀ। ਪਰ ਅਣਜਾਣ ਲੋਕਾਂ ਨੂੰ ਲੱਗੂਗਾ ਰੋਂਦਾ ਆ। ਉਹ ਰੋਣਾ ਨਹੀਂ, ਉਹ ਰੋਣਾ ਨਹੀਂ। ਸੰਤਨ ਸੇਤੀ ਮਸਕਰੀ ਤੇ ਇਹ ਡੁੱਬਣ ਕੀ ਰੀਤ। ਰੱਬ ਦੇ ਪਿਆਰਿਆਂ ਨੂੰ ਟਿੱਚਰ ਨਾ ਕਰੋ, ਉਹਨਾਂ ਦਾ ਮਖੌਲ ਨਾ ਉਡਾਓ, ਉਹ ਬੋਰੇ ਹੁੰਦੇ ਆ। ਆਪਾਂ ਨੂੰ ਆ ਰਾਤ ਦਾ ਟਾਈਮ ਜਿਹੜਾ ਨਾ, ਬਹੁਤ ਇਕਾਂਤ ਦਾ, ਬੋਲਣਾ ਤਾਂ ਹੌਲੀ ਹੌਲੀ ਪੈਂਦਾ ਆ ਕਿਉਂਕਿ ਸੁੱਤੇ ਹੋਏ ਆ ਸਾਰੇ। ਪਰ ਇਸ ਹੌਲੀ ਬੋਲਣੇ ਦੇ ਵਿੱਚੋਂ ਵੀ ਰਸ ਟਪਕਦਾ ਆ, ਕਿਉਂਕਿ ਇਸ ਲਈ ਕੋਈ ਇਹ ਨਹੀਂ ਕਿ ਕਿਸੇ ਪਾਸਿਓਂ ਆਵਾਜ਼ ਮਾਰ ਲੂਗਾ। ਆਪਣਾ ਹੀ ਟਾਈਮ ਹੈ। ਇਹ ਸਟੇਜ ਨਹੀਂ ਕਿ ਪੁਲਪੁੱਟ 'ਤੇ ਖੜ੍ਹੇ ਹਾਂ ਤੇ ਬੀਬੀ ਜੀ ਬਸ 15 ਮਿੰਟ ਹੀ ਮਿਲੇ ਸੀਗੇ, ਬਸ ਤੁਸੀਂ ਟਾਈਮ ਬਹੁਤ ਲੱਗ ਗਿਆ। ਇੱਦਾਂ ਨਹੀਂ ਹੋਣੀ। ਪ੍ਰਭੂ ਦਾ ਟਾਈਮ ਆ, ਉਹ ਕਹਿੰਦਾ ਜਿੰਨਾ ਮਰਜ਼ੀ ਲੈ। ਇਹ ਪ੍ਰਭੂ ਦਾ ਪੁਲਪੁੱਟ ਆ। ਅਸੀਂ ਥੱਕ ਜਾਣਾ, ਅਸੀਂ ਕਹਿਣਾ ਦਿਨ ਚੜ੍ਹਨ ਲੱਗਾ ਥੋੜ੍ਹਾ ਜਿਹਾ ਸੌਂ ਲਈਏ। ਪ੍ਰਭੂ ਕਹਿੰਦਾ ਖੁੱਲ੍ਹਾ ਟਾਈਮ ਤੇਰੇ ਲਈ, ਪੁਲਪੁੱਟ ਖੁੱਲ੍ਹਾ। ਇੰਨੇ ਪੁਲਪੁੱਟ ਬਣੇ ਹੋਏ ਮੇਰੇ ਪਰਮੇਸ਼ਰ ਦੇ ਘਰ ਵਿੱਚ, ਜਿੰਨੇ ਮਰਜ਼ੀ ਬੁਲਾਰੇ ਆ ਜਾਣ, ਭਾਵੇਂ ਕਰੋੜਾਂ ਇੱਕੋ ਵਾਰੀ, ਉਹਦੇ ਉਨੇ ਹੀ ਪੁਲਪੁੱਟ ਆ। ਇੱਦਾਂ ਦਾ ਘਰ ਆ ਉਹਦਾ ਇੱਦਾਂ ਦਾ ਘਰ ਆ। ਉਹ ਵੜ ਕੇ ਤਾਂ ਦੇਖੋ, ਉਸ ਆਨੰਦ ਵਿੱਚ ਵੜ ਕੇ ਤਾਂ ਦੇਖੋ। ਬਿਆਨ ਨਹੀਂ ਹੁੰਦਾ, ਉਹ ਬਿਆਨ ਨਹੀਂ ਹੁੰਦਾ। ਇੰਨਾ ਸੋਹਣਾ ਹੈ, ਇੰਨਾ ਮਿੱਠਾ, ਇੰਨਾ ਪਿਆਰਾ, ਇੰਨਾ ਬਹੁਮੁੱਲਾ, ਇੰਨਾ ਰਸਦਾਇਕ, ਇੰਨਾ ਖੁਸ਼ੀਆਂ ਭਰਿਆ, ਇੰਨਾ ਖੇੜੇ ਦੇ ਨਾਲ, ਆਨੰਦ ਦੇ ਨਾਲ, ਇੰਨਾ ਸੋਹਣਾ ਜਿੱਥੋਂ ਉੱਠਣ ਨੂੰ ਦਿਲ ਨਹੀਂ ਕਰਦਾ। ਤੋ ਪਰਮੇਸ਼ਰ ਜੀ ਅੱਜ ਅਬਰਾਹਿਮ ਨੂੰ ਲਿਜਾ ਰਹੇ, ਆਪਾਂ ਨੂੰ ਵੀ ਲਿਜਾ ਰਹੇ ਆ, ਆਪਾਂ ਨੂੰ ਵੀ ਲਿਜਾ ਰਹੇ ਉਸ ਦੇਸ਼ 'ਚ। ਸਰੋਤਿਓ, ਤੁਹਾਨੂੰ ਵੀ, ਮੈਨੂੰ ਵੀ ਉਸ ਦੇਸ਼ 'ਚ ਲਿਜਾ ਰਹੇ ਆ। ਸ਼ੁਕਰ ਕਰ, ਸਾਡੀ ਵਾਰੀ ਆਈ, ਅਸੀਂ ਸ਼ੁਕਰ ਕਰਦੇ, ਰੂੜੀ ਤੋਂ ਚੁੱਕ ਕੇ ਪਤਵੰਤੇ ਸੱਜਣਾ 'ਚ ਬਿਠਾ ਲਿਆ। ਪਾਪਾ ਧੰਨਵਾਦ ਕਰਦੇ, ਸ਼ੁਕਰ ਕਰਦੇ, ਸਾਡੀ ਵਾਰੀ ਆ ਗਈ। ਲੱਖ ਲੱਖ ਸ਼ੁਕਰ ਕਰਦੇ ਪਰਮੇਸ਼ਰ। ਸਾਡੇ ਜੀਵਨ ਦੀ ਪੋਥੀ 'ਚ ਨਾਮ ਲਿਖ ਦਿੱਤੇ, ਸੁਣਨ ਵਾਲੇ ਸਰੋਤਿਆਂ ਦੇ ਔਰ ਬੋਲਣ ਵਾਲੇ ਬਖਤੇ ਦੇ। ਜਿੰਨੇ ਪ੍ਰੇਮ ਨਾਲ ਸੁਣਨਗੇ, ਸਭ ਦੇ ਜੀਵਨ ਦੀ ਪੋਥੀ 'ਚ ਨਾਮ ਲਿਖੇ ਜਾਣਗੇ। ਇਹਨਾਂ ਗੱਲਾਂ ਨੂੰ ਜਿੰਨੇ ਗ੍ਰਹਿਣ ਕਰ ਲੈਣਗੇ, ਇਹਨਾਂ ਬਾਤਾਂ ਨੂੰ, ਇਹਨਾਂ ਗੂੜੀਆਂ ਬਾਤਾਂ ਨੂੰ, ਪਰਮੇਸ਼ਰ ਹੰਝੂਆਂ ਦੇ ਨਾਲ ਸੁਣ ਲੈਣਗੇ, ਜਿਹੜੇ ਕੰਨਾਂ ਨੂੰ ਕਟੋਰੇ ਬਣਾ ਕੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਖਾਂ ਦੇ ਵਿੱਚੋਂ ਤ੍ਰਿਪ ਸੁੰਦਰ ਮੋਤੀ ਪ੍ਰਭੂ ਦੇ ਹਾਰ ਪਰਾਉਣ ਲਈ ਡਿੱਗਣਗੇ, ਜਿਨ੍ਹਾਂ ਦੇ ਹਾਰ ਫੁੱਲਾਂ ਦੇ ਬਣਾਏ,
ਉਹ ਨਾ ਪ੍ਰਭੂ ਮਨ ਪਾਏ। ਫੁੱਲਾਂ ਦੇ ਹਾਰ ਨਾਲ ਪ੍ਰਭੂ ਨਹੀਂ ਰੀਝਦਾ। ਅਸੀਂ ਬਥੇਰੇ ਵਿਖਾਵੇ ਦੀ ਦੁਨੀਆ ਪਾਈ ਜਾਂਦੀ ਹੈ। ਉਹ ਹਾਰ ਫੁੱਲਾਂ ਦੇ ਬਣਾਏ, ਉਹ ਨਹੀਂ ਪ੍ਰਭੂ ਮਨ ਪਾਏ। ਮਨ ਮੰਦਰ ਨੂੰ ਮੰਦਰ ਬਣਾ ਤੇ ਦੂਜੇ ਮੰਦਰ ਬਥੇਰੇ ਬਣਾਏ ਹੈ, ਪ੍ਰਭੂ ਨੂੰ ਉਹ ਵੀ ਨਹੀਂ ਪਾਏ। ਹਾਰ ਫੁੱਲਾਂ ਦੇ ਬਣਾਏ, ਪ੍ਰਭੂ ਨੂੰ ਉਹ ਵੀ ਨਹੀਂ ਪਾਏ। ਉਹ ਕਹਿੰਦਾ ਹਾਰ ਫੁੱਲਾਂ ਦੇ ਬਣਾਏ, ਉਹ ਨਹੀਂ ਪ੍ਰਭੂ ਮਨ ਪਾਏ। ਇਹਨਾਂ ਹੰਝੂਆਂ ਦੇ ਹਾਰ, ਇਹਨਾਂ ਹੰਝੂਆਂ ਦੇ ਹਾਰ ਬਣਾ ਬੰਦਿਆ। ਪਿਆਰੇ ਪ੍ਰਭੂ ਦੇ ਗਲੇ ਦੇ ਵਿੱਚ ਪਾ ਬੰਦਿਆ। ਪਿਆਰੇ ਪ੍ਰਭੂ ਦੇ ਗਲੇ ਦੇ ਵਿੱਚ ਪਾ ਬੰਦਿਆ। ਇਹੋ ਹਾਰ ਪ੍ਰਭੂ ਨੂੰ ਜਾਂਦੇ ਪਾ ਬੰਦਿਆ। ਇਹੋ ਹਾਰ ਪ੍ਰਭੂ ਨੂੰ ਜਾਂਦੇ ਪਾ ਬੰਦਿਆ। ਬਹੁਤੇ ਮੰਦਰ ਬਣਾਏ, ਉਹ ਨਹੀਂ ਪ੍ਰਭੂ ਮਨ ਪਾਏ। ਬਹੁਤੇ ਮੰਦਰ ਬਣਾਏ, ਉਹ ਨਹੀਂ ਪ੍ਰਭੂ ਮਨ ਪਾਏ। ਮਨ ਮੰਦਰ ਨੂੰ ਮੰਦਰ ਬਣਾ ਬੰਦਿਆ, ਤੇ ਉੱਥੇ ਡੇਰਾ ਲੈਣਾ ਪ੍ਰਭੂ ਜੀ ਨੇ ਲਾ ਬੰਦਿਆ। ਓਏ ਉੱਥੇ ਡੇਰਾ ਲੈਣਾ ਪ੍ਰਭੂ ਜੀ ਨੇ ਲਾ ਬੰਦਿਆ। ਹਾਲੇਲੂਇਆ। ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ ਤੇਰਾ, ਧੰਨਵਾਦ ਤੇਰਾ, ਧੰਨਵਾਦ ਤੇਰਾ, ਧੰਨਵਾਦ। ਪਰਮੇਸ਼ਰ ਕਹਿੰਦਾ ਅੱਜ ਆਪਾਂ ਨੂੰ ਪਰਮੇਸ਼ਰ ਆਪਾਂ ਪਰਮੇਸ਼ਰ ਦੇ ਆਖੇ ਲੱਗਣ ਵਾਲੇ ਇਬਰਾਹਿਮ ਦੀ ਔਲਾਦ ਆ, ਤੇ ਆਪਾਂ ਨੂੰ ਇਹ ਸਾਰੀਆਂ ਆਸ਼ੀਰਵਾਦਾਂ ਮਿਲ ਰਹੀਆਂ ਆ। ਸਰੋਤਿਓ ਸਭ ਨੂੰ ਮਿਲ ਰਹੀਆਂ ਆ, ਵਕਤੇ ਨੂੰ ਵੀ ਤੇ ਸਰੋਤਿਆਂ ਨੂੰ ਵੀ, ਬੁਲਾਰੇ ਨੂੰ ਵੀ ਤੇ ਸੁਣਨ ਵਾਲਿਆਂ ਨੂੰ ਵੀ। ਇਹ ਪ੍ਰਭੂ ਦਾ ਪ੍ਰਸ਼ਾਦ ਆ। ਇਹ ਪ੍ਰਭੂ ਦਾ ਪ੍ਰਸ਼ਾਦ ਸਾਨੂੰ ਮਿਲ ਰਿਹਾ ਆ। ਇਹਨੂੰ ਰੱਜ ਰੱਜ ਖਾ ਲਈਏ। ਵੇਲਾ ਹੱਥ ਨਹੀਂ ਆਉਣਾ, ਸਾਹ ਮੁੱਕ ਜਾਣੇ ਆ, ਉੱਡਦੇ ਜਾਂਦੇ ਆ। ਪੈਂਦਾ 24,000 ਦਾ ਰੋਜ਼ ਘਾਟਾ, ਤੇ ਹੁੰਦਾ ਦਮਾਂ ਦਾ ਕਣਾ ਨੁਕਸਾਨ ਮਾਈਓ। ਉਹ ਚਰਖਾ ਕੱਤਣੇ ਵੱਲ ਧਿਆਨ ਹੋਇਆ, ਤੇ ਲੁੱਟੀ ਜਾਂਦੇ ਚੋਰ ਦੁਕਾਨ ਮਾਈਓ। ਚੋਰ ਦੁਕਾਨ ਲੁੱਟੀ ਜਾਂਦੇ ਆ, ਚੋਰ ਦੁਕਾਨ ਲੁੱਟੀ ਜਾਂਦੇ ਈਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵੈਰ ਵਿਰੋਧ ਤ੍ਰਿਸ਼ਨਾ ਚੋਰੀ ਯਾਰੀ ਬਖੀਲੀ ਲੁੱਟੀ ਜਾਂਦੇ ਓ। ਠੱਗੀਆਂ ਠੋਰੀਆਂ ਮਾਰਦੇ ਆ, ਲੁੱਟੀ ਜਾਂਦੇ ਦੁਕਾਨ ਨੂੰ। ਰਹਿਣਾ ਨਹੀਂ ਇੱਥੇ ਕਿਸੇ ਨੇ। ਝੂਠ ਬੋਲ ਲਓ ਜਿੰਨਾ ਮਰਜੀ, ਨਰਕ ਮੂਹਰੇ ਖੜੇ ਆ। ਰੋਣਾ ਤੇ ਕਚੀਚੀਆਂ ਵਟਣਾ ਪੱਲੇ ਪੈਣਾ ਆ। ਪਰ ਆ ਪਰਮੇਸ਼ਰ ਜੀ ਸਾਨੂੰ ਕਹਿ ਰਹੇ, ਹੁਣ ਫਿਰ ਟਾਈਮ ਤਾਂ ਹੋ ਗਿਆ, ਆਪਾਂ ਥੋੜ੍ਹਾ ਜਿਹਾ ਇੱਕ ਵਾਰੀ ਫਿਰ ਇੱਥੋਂ ਹੀ ਚੱਲਦੇ ਹਾਂ। ਇੱਥੇ ਪੂਰਾ ਨਹੀਂ ਹੋਇਆ, ਇਹ ਟਾਈਮ ਉੱਧਰ ਵੀ ਕਾਫੀ ਹੋ ਗਿਆ। ਐਨੀਵੇ ਕੋਈ ਗੱਲ ਨਹੀਂ, ਆਪਾਂ ਨੂੰ ਪੁਲਪਟ ਪਰਮੇਸ਼ਰ ਨੇ ਦਿੱਤਾ ਹੋਇਆ। ਕਿਸੇ ਨੇ ਨਹੀਂ ਕਹਿਣਾ ਬੀਬੀ ਜੀ ਟਾਈਮ ਹੋ ਗਿਆ, ਬਹੁਤ ਟਾਈਮ ਲਾ ਦਿੱਤਾ, ਕਿਸੇ ਨੇ ਨਹੀਂ ਕਹਿਣਾ। ਹੌਲੀ ਹੌਲੀ ਪ੍ਰੇਮ ਨਾਲ ਆਪਾਂ ਗੱਲਾਂ ਕਰਦੇ ਹਾਂ। ਅਤੇ ਸਰੋਤਿਓ ਤੁਸੀਂ ਵੀ ਹੌਲੀ ਹੌਲੀ ਪ੍ਰੇਮ ਨਾਲ ਬਹਿ ਕੇ ਅੱਧੇ ਅੱਧੇ ਘੰਟੇ ਦੇ ਪਾਠ ਨੂੰ ਜਿੱਦਾਂ ਜਿੱਦਾਂ ਟਾਈਮ ਲੱਗੇ ਸੁਣੀ ਜਾਏ। ਖੁੱਲ੍ਹਾ ਟਾਈਮ ਇਸ ਤਰ੍ਹਾਂ ਤੁਸੀਂ ਵੀ ਕੱਢ ਲਿਓ। ਅੱਧਾ ਘੰਟਾ ਬਣਾਇਆ, ਇੱਕੋ ਵਾਰੀ ਲੰਬਾ ਨਹੀਂ ਕੀਤਾ, ਕਿਉਂਕਿ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਸੌਖਾ ਹੋ ਜਾਵੇ। ਆਮੇਨ, ਆਮੇਨ, ਆਮੇਨ।